ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਤੁਹਾਡੇ ਨਾਲ ਗੁਰੂ ਸਾਹਿਬ ਦੇ ਇੱਕ ਚਮਤਕਾਰ ਦੀ ਗੱਲ ਕਰਾਂਗੇ। ਸ਼ਾਇਦ ਉਸ ਉੱਪਰ ਤੁਹਾਨੂੰ ਯਕੀਨ ਨਾ ਹੋਵੇ। ਆਪਣੇ ਚੈਨਲ ਦੇ ਸਬਸਕ੍ਰਾਈਬ ਮਤਲਬ ਆਪਣਾ ਪਰਿਵਾਰ ਹੁਣ 1.25 ਲੱਖ ਪਾਰ ਕਰ ਗਿਆ ਹੈ। ਉਸ ਲਈ ਤੁਹਾਡਾ ਸਭ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹਿਓ। ਸੰਗਤ ਜੀ, ਵੀਡੀਓ ਨੂੰ ਲਾਈਕ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ। ਤੁਹਾਡੇ ਨਾਲ ਹੁਣ ਸੱਚੀ ਕਥਾ ਸਾਂਝੀ ਕਰ ਲੈਂਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਇੱਕ ਪੜ੍ਹੇ ਲਿਖੇ ਨੌਜਵਾਨ ਬਾਰੇ, ਜੋ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ, ਜਿਸ ਦਾ ਨਾਮ ਗੁਰਚਰਨ ਸਿੰਘ ਸੀ, ਜੋ ਕਿ ਸ਼ਹਿਰ ਦੇ ਵਿੱਚ ਪੜ੍ਹਨ ਲਈ ਗਿਆ ਹੋਇਆ ਸੀ ਅਤੇ ਉਸ ਦਾ ਪਿਤਾ ਇੱਕ ਸਰਕਾਰੀ ਅਫਸਰ ਸੀ। ਗੁਰਚਰਨ ਸਿੰਘ ਦੀ ਪੜ੍ਹਾਈ ਪੂਰੀ ਹੋਈ ਤੇ ਪੜ੍ਹਾਈ ਤੋਂ ਬਾਅਦ ਗੁਰਚਰਨ ਸਿੰਘ ਨੇ ਟੈਸਟ ਦਿੱਤਾ, ਪਰ ਟੈਸਟ 'ਚ ਪਾਸ ਨਾ ਹੋਇਆ। ਫਿਰ ਗੁਰਚਰਨ ਸਿੰਘ ਨੇ ਸੋਚਿਆ ਕਿ ਪਿਤਾ ਜੀ ਵੱਡੀ ਪੋਸਟ ਤੇ ਹਨ ਤੇ ਮੈਨੂੰ ਨੌਕਰੀ ਤਾਂ ਲਵਾ ਹੀ ਦੇਣਗੇ, ਪਰ ਸ਼ਾਇਦ ਗੁਰਚਰਨ ਸਿੰਘ ਨੂੰ ਨਹੀਂ ਪਤਾ ਸੀ ਕਿ ਉਸ ਦੇ ਬਣਾਏ ਹੋਏ ਸੁਪਨੇ ਅਧੂਰੇ ਹੀ ਰਹਿ ਜਾਣਗੇ। ਗੁਰਚਰਨ ਸਿੰਘ ਦੀ ਮਾਤਾ ਜੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਤੇ ਅਚਾਨਕ ਉਸ ਦੇ ਪਿਤਾ ਜੀ ਦੀ ਵੀ ਮੌਤ ਹੋ ਗਈ ਤੇ ਗੁਰਚਰਨ ਸਿੰਘ ਨੇ ਸੋਚਿਆ ਸੀ ਕਿ ਪਿਤਾ ਜੀ ਵੱਡੀ ਪੋਸਟ ਤੇ ਨੇ, ਮੈਨੂੰ ਤਾਂ ਨੌਕਰੀ ਲਵਾ ਹੀ ਦੇਣਗੇ। ਚਲੋ, ਮੇਰੀ ਕਿਸਮਤ ਵਿੱਚ ਸ਼ਾਇਦ ਪਿਤਾ ਜੀ ਦਾ ਸਾਥ ਇੱਥੇ ਤੱਕ ਹੀ ਲਿਖਿਆ ਸੀ। ਹੁਣ ਆਪਣੀ ਪਤਨੀ ਸੁਮਨਪ੍ਰੀਤ ਕੌਰ ਦੀ ਇੱਛਾ ਕਿਵੇਂ ਪੂਰੀ ਕਰਾਂਗਾ, ਉਸ ਦੇ ਸ਼ੌਂਕ ਕਿਵੇਂ ਪੂਰੇ ਕਰਾਂਗਾ, ਤੇ ਉਹ ਵੀ ਪੜ੍ਹੀ ਲਿਖੀ ਹੈ। ਹੁਣ ਵਿਆਹ ਤੋਂ ਬਾਅਦ ਸੁਮਨਪ੍ਰੀਤ ਹਰ ਚੀਜ਼ ਮੇਰੇ ਤੋਂ ਹੀ ਮੰਗੇਗੀ ਤੇ ਮੈਂ ਕਿੱਥੋਂ ਲਿਆ ਕੇ ਦੇਵਾਂਗਾ, ਤੇ ਪਿਤਾ ਜੀ ਦੀ ਕੋਈ ਜੋੜੀ ਹੋਈ ਜਾਇਦਾਦ ਵੀ ਨਹੀਂ ਜਿਹਨੂੰ ਵੇਚ ਕੇ ਮੈਂ ਕੋਈ ਕੰਮ ਕਰ ਸਕਾਂ। ਗੁਰਚਰਨ ਸਿੰਘ ਪਰੇਸ਼ਾਨ ਸੀ ਕਿ ਹੁਣ ਉਹ ਕੀ ਕਰੇ, ਤੇ ਫਿਰ ਗੁਰਚਰਨ ਸਿੰਘ ਨੇ ਸੋਚਿਆ ਕਿ ਆਪਾਂ ਦੋਨੋਂ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਾਉਂਦੇ ਹਾਂ। ਤੇ ਫਿਰ ਅਗਲੇ ਦਿਨ ਗੁਰਚਰਨ ਸਿੰਘ ਤੇ ਉਸ ਦੀ ਪਤਨੀ ਦੋਨੋਂ ਦਰਬਾਰ ਸਾਹਿਬ ਪਹੁੰਚ ਗਏ ਨੇ ਤੇ ਉਹ ਦੋਨੋਂ ਉੱਥੇ ਇੱਕ ਹਫ਼ਤਾ ਰੁਕਦੇ ਨੇ ਅਤੇ ਦਿਨ ਰਾਤ ਲੰਗਰ ਤੇ ਜੋੜਿਆਂ ਦੀ ਸੇਵਾ ਕਰਦੇ ਨੇ। ਇੱਕ ਹਫ਼ਤੇ ਤੋਂ ਬਾਅਦ ਫਿਰ ਉਹ ਪਤੀ ਪਤਨੀ ਵਾਪਸ ਆਪਣੇ ਘਰ ਆ ਜਾਂਦੇ ਨੇ। ਜਦੋਂ ਉਹ ਆਪਣੇ ਘਰ ਪਹੁੰਚਦੇ ਨੇ, ਕੁਝ ਹੀ ਦੇਰ ਬਾਅਦ ਗੁਰਚਰਨ ਸਿੰਘ ਨੂੰ ਪਿੰਡ 'ਚ ਇੱਕ ਆਦਮੀ ਬੁਲਾਉਣ ਆਉਂਦਾ ਹੈ ਕਿ ਤੁਹਾਨੂੰ ਪਿੰਡ ਦਾ ਲੰਬੜਦਾਰ ਬੁਲਾ ਰਿਹਾ ਹੈ ਤੇ ਤੁਹਾਨੂੰ ਮਿਲਣਾ ਚਾਹੁੰਦਾ ਹੈ, ਜੋ ਕਿ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਪੈਸੇ ਵਾਲਾ ਆਦਮੀ ਹੈ। ਗੁਰਚਰਨ ਸਿੰਘ ਲੰਬੜਦਾਰ ਨੂੰ ਮਿਲਣ ਦੇ ਲਈ ਚਲਾ ਜਾਂਦਾ। ਜਾ ਕੇ ਕਹਿੰਦਾ, ਲੰਬੜਦਾਰ ਜੀ ਤੁਸੀਂ ਬੁਲਾਇਆ? ਤੇ ਲੰਬੜਦਾਰ ਜੀ ਕਹਿੰਦਾ, ਹਾਂ ਬੇਟਾ, ਮੇਰਾ ਲੜਕਾ 12ਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ, ਤੁਸੀਂ ਉਹਨੂੰ ਟਿਊਸ਼ਨ ਪੜ੍ਹਾ ਦਿਆ ਕਰੋ, ਤੁਹਾਡੇ ਰਹਿਣ ਦਾ ਇੰਤਜ਼ਾਮ ਮੈਂ ਇੱਥੇ ਹੀ ਕਰਵਾ ਦਿੰਨਾ ਹਾਂ। ਲੰਬੜਦਾਰ ਨੇ ਗੁਰਚਰਨ ਸਿੰਘ ਨੂੰ ਕੰਮ ਅਤੇ ਮਕਾਨ ਦੇ ਕੇ ਉਸ ਦੀ ਅੱਧੀ ਟੈਨਸ਼ਨ ਖਤਮ ਕਰ ਦਿੱਤੀ ਸੀ। ਲੰਬੜਦਾਰ ਨੇ ਜਿਹੜਾ ਘਰ ਗੁਰਚਰਨ ਸਿੰਘ ਨੂੰ ਦਿੱਤਾ ਸੀ, ਉਹ ਸਾਫ਼ ਸੁਥਰਾ ਅਤੇ ਹਵਾਦਾਰ ਸੀ ਤੇ ਇਸ ਤਰ੍ਹਾਂ ਦਾ ਮਕਾਨ 2500 ਤੋਂ ਘੱਟ ਨਹੀਂ ਮਿਲਦਾ ਸੀ, ਜੋ ਕਿ ਲੰਬੜਦਾਰ ਨੇ ਗੁਰਚਰਨ ਸਿੰਘ ਨੂੰ ਰਹਿਣ ਦੇ ਲਈ ਫ੍ਰੀ 'ਚ ਦੇ ਦਿੱਤਾ ਸੀ ਅਤੇ ਸਿਰਫ 2 ਘੰਟੇ ਟਿਊਸ਼ਨ ਪੜ੍ਹਾਉਣ ਦਾ ਕੰਮ ਮਿਲਿਆ ਸੀ ਤੇ ਉਹਦੇ ਕੋਲ ਰਹਿਣ ਦਾ ਵੀ ਇੰਤਜ਼ਾਮ ਹੋ ਗਿਆ। ਇੱਕ ਦਿਨ ਲੰਬੜਦਾਰ ਕਹਿਣ ਲੱਗਿਆ ਕਿ ਤੂੰ ਮੇਰੇ ਬੱਚਿਆਂ ਵਰਗਾ ਹੈ। ਲੰਬੜਦਾਰ ਤੇ ਉਸ ਦੀ ਪਤਨੀ ਗੁਰਚਰਨ ਸਿੰਘ ਦਾ ਬਹੁਤ ਆਦਰ ਤੇ ਮਾਣ ਕਰਦੇ ਸੀ। ਜੇ ਦੇਖਿਆ ਜਾਵੇ ਤਾਂ ਉਹਨੂੰ ਆਪਣੇ ਪੁੱਤਾਂ ਵਾਂਗੂ ਹੀ ਮੰਨਦੇ ਸੀ ਤੇ ਘਰ ਦਾ ਹਰ ਇੱਕ ਕੰਮ ਦੇ ਵਿੱਚ ਉਸ ਦੀ ਸਲਾਹ ਲਿੱਤੀ ਜਾਣ ਲੱਗੀ। ਇੱਕ ਦਿਨ ਲੰਬੜਦਾਰ ਦੀ ਪਤਨੀ ਕਹਿਣ ਲੱਗੀ ਕਿ ਬੇਟਾ, ਜੇਕਰ ਤੇਰੇ ਕੋਲ ਸਮਾਂ ਹੈ ਤਾਂ ਇੱਕ ਤੇਰੇ ਨਾਲ ਸਲਾਹ ਕਰਨੀ ਹੈ। ਤੇ ਮੁੰਡੇ ਦਾ ਨਾਮ ਗੁਰਦਿਆਲ ਸਿੰਘ ਸੀ ਤੇ ਲੰਬੜਦਾਰ ਦੀ ਪਤਨੀ ਗੁਰਚਰਨ ਸਿੰਘ ਨੂੰ ਕਹਿਣ ਲੱਗੀ ਕਿ ਗੁਰਦਿਆਲ ਸਿੰਘ ਦੇ ਲਈ ਇੱਕ ਬਹੁਤ ਸੋਹਣੀ ਕੁੜੀ ਦਾ ਰਿਸ਼ਤਾ ਆਇਆ ਹੈ। ਲੰਬੜਦਾਰ ਦੀ ਪਤਨੀ ਗੁਰਚਰਨ ਸਿੰਘ ਨੂੰ ਪੁੱਛਣ ਲੱਗੀ ਕਿ ਤੇਰੀ ਕੀ ਸਲਾਹ ਹੈ ਕਿ ਆਪਾਂ ਗੁਰਦਿਆਲ ਸਿੰਘ ਦਾ ਵਿਆਹ ਉਸ ਲੜਕੀ ਨਾਲ ਕਰਵਾ ਦਈਏ। ਗੁਰਚਰਨ ਸਿੰਘ ਕਹਿਣ ਲੱਗਿਆ ਕਿ ਮਾਤਾ ਜੀ, ਇਹ ਸਵਾਲ ਤਾਂ ਤੁਸੀਂ ਗੁਰਦਿਆਲ ਸਿੰਘ ਨੂੰ ਕਰੋ, ਕਿਉਂਕਿ ਵਿਆਹ ਗੁਰਦਿਆਲ ਸਿੰਘ ਨੇ ਕਰਵਾਉਣਾ ਹੈ।
ਲੰਬੜਦਾਰ ਦੀ ਪਤਨੀ ਕਹਿਣ ਲੱਗੀ ਕਿ ਤੂੰ ਬਹੁਤ ਸਮਝਦਾਰ ਹੈ, ਇਸ ਕਰਕੇ ਮੈਂ ਇਹ ਗੱਲ ਤੇਰੇ ਤੋਂ ਪੁੱਛਣਾ ਚਾਹੁੰਦੀ ਸੀ। ਮੈਨੂੰ ਇਹ ਡਰ ਲੱਗਦਾ ਹੈ ਕਿ ਲੜਕਾ ਕਿਤੇ ਕੁਝ ਕਰ ਨਾ ਲਵੇ, ਇਸ ਕਰਕੇ ਮੈਨੂੰ ਲੱਗਦਾ ਹੈ ਕਿ ਟਾਈਮ ਨਾਲ ਹੀ ਉਸ ਦਾ ਵਿਆਹ ਕਰ ਦਈਏ। ਗੁਰਚਰਨ ਸਿੰਘ ਕਹਿਣ ਲੱਗਿਆ ਕਿ ਵੈਸੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ, ਕਿਉਂਕਿ ਹਰਦਿਆਲ ਸਿੰਘ ਨੂੰ 21ਵਾਂ ਸਾਲ ਲੱਗ ਚੁੱਕਿਆ ਹੈ। ਅਗਰ ਤੁਹਾਨੂੰ ਲੱਗਦਾ ਹੈ ਕਿ ਕੁੜੀ ਸਹੀ ਹੈ ਤਾਂ ਤੁਸੀਂ ਕਰਵਾ ਦਿਓ। ਤੇ ਲੰਬੜਦਾਰ ਦੀ ਪਤਨੀ ਕਹਿਣ ਲੱਗੀ ਕਿ ਸਾਰੇ ਵਿਆਹ ਦੀ ਤਿਆਰੀਆਂ ਗੁਰਚਰਨ ਸਿੰਘ ਤੋਂ ਹੀ ਕਰਨੀਆਂ ਨੇ। ਤੇ ਗੁਰਚਰਨ ਸਿੰਘ ਕਹਿਣ ਲੱਗਿਆ ਕਿ ਮਾਤਾ ਜੀ ਤੁਸੀਂ ਫਿਕਰ ਨਾ ਕਰੋ, ਮੈਂ ਵਿਆਹ ਦਾ ਸਾਰਾ ਕੰਮ ਸਾਂਭਣ ਦੇ ਲਈ ਤਿਆਰ ਹਾਂ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਲੰਬੜਦਾਰ ਗੁਰਚਰਨ ਸਿੰਘ ਨੂੰ ਕਹਿਣ ਲੱਗਿਆ ਕਿ ਇਹ ਕੁਝ ਕੁ ਪੈਸੇ ਤੂੰ ਆਪਣੇ ਕੋਲ ਰੱਖ ਲੈ, ਸਾਰਿਆਂ ਦਾ ਹਿਸਾਬ ਹੁਣ ਤੂੰ ਹੀ ਕਰਨਾ ਹੈ। ਹਲੇ 2 ਦਿਨ ਹੀ ਹੋਏ ਸੀ ਗੁਰਚਰਨ ਸਿੰਘ ਨੂੰ ਉਹਨਾਂ ਦੇ ਘਰ ਦੇ ਵਿੱਚ ਆਇਆ। ਉਹਨੂੰ ਕੈਸ਼ 1 ਲੱਖ ਰੁਪਇਆ ਦੇ ਦਿੱਤਾ ਵਿਆਹ ਦੇ ਵਿੱਚ ਖਰਚੇ ਕਰਨ ਦੇ ਲਈ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਦੇਖਦੇ ਹੀ ਦੇਖਦੇ ਗੁਰਚਰਨ ਸਿੰਘ ਇੱਕ ਟਿਊਸ਼ਨ ਟੀਚਰ ਤੋਂ ਮੈਨੇਜਰ ਬਣ ਬੈਠਾ। ਵਿਆਹ ਦੇ ਵਿੱਚ ਸਾਰੇ ਕੰਮ ਵਾਲਿਆਂ ਦੇ ਪੈਸੇ ਦੇਣ ਦੀ ਸਾਰੀ ਜ਼ਿੰਮੇਵਾਰੀ ਗੁਰਧਿਆਨ ਸਿੰਘ ਦੀ ਸੀ। ਕੁਝ ਦਿਨ ਪਹਿਲਾਂ ਹੀ ਗੁਰਚਰਨ ਸਿੰਘ ਗੁਰਦਿਆਲ ਸਿੰਘ ਦੀ ਹੋਣ ਵਾਲੀ ਪਤਨੀ ਦੇ ਲਈ ਸੋਨਾ ਖਰੀਦਣ ਜਾਂਦਾ ਹੈ ਤੇ ਦੁਕਾਨ ਤੇ ਖੜਾ ਸੋਚਦਾ ਹੈ ਕਿ ਆਪਣੀ ਪਤਨੀ ਨੂੰ ਇਸ ਤਰ੍ਹਾਂ ਦੇ ਗਹਿਣੇ ਦਵਾ ਸਕਾਂਗਾ। ਘਰ ਆ ਕੇ ਗੁਰਚਰਨ ਸਿੰਘ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ 4 ਲੱਖ ਰੁਪਏ ਦੇ ਗਹਿਣੇ ਬਣਵਾਏ ਆ ਲੰਬੜਦਾਰ ਨੇ ਆਪਣੀ ਹੋਣ ਵਾਲੀ ਨੂੰਹ ਦੇ ਲਈ। ਦੇਖੋ, ਇੱਕ ਆਪਣੇ ਜਿਹੇ ਲੋਕ 2 ਟਾਈਮ ਦੀ ਰੋਟੀ ਖਾਣ ਨੂੰ ਤਰਸ ਜਾਂਦੇ ਨੇ, ਇੱਕ ਲੰਬੜਦਾਰ ਜਿਹੇ ਲੋਕ ਪੈਸੇ ਖਰਚਣ ਤੋਂ ਬਿਲਕੁਲ ਵੀ ਨਹੀਂ ਡਰਦੇ। ਤੇ ਗੁਰਚਰਨ ਸਿੰਘ ਦੀ ਪਤਨੀ ਕਹਿਣ ਲੱਗੀ ਕਿ ਇਹਨੇ ਅਮੀਰ ਲੋਕਾਂ ਦੇ ਲਈ ਆਪਣੀ ਕੀ ਬਰਾਬਰੀ, ਜਿਨ੍ਹਾਂ ਨੂੰ ਮਾਲਕ ਨੇ ਦਿੱਤਾ ਹੈ ਉਹ ਹੀ ਖਰਚਣਗੇ ਹੀ, ਆਪਾਂ ਤਾਂ ਰੋ ਕੇ ਹੀ ਮਰ ਜਾਣਾ ਹੈ। ਗੁਰਚਰਨ ਸਿੰਘ ਕਹਿਣ ਲੱਗਿਆ ਕਿ ਉਹ ਤਾਂ ਆਪਣੇ ਬਾਪ ਦਾਦਿਆਂ ਦੀ ਜਾਇਦਾਦ ਦੇ ਉੱਤੇ ਐਸ਼ ਕਰ ਰਹੇ ਨੇ, ਇੱਥੇ ਮਾਲਕ ਦੀ ਅਨਿਆਏ ਕਰਦਾ ਹੈ। ਗੁਰਧਿਆਨ ਸਿੰਘ ਦੀ ਪਤਨੀ ਕਹਿਣ ਲੱਗੀ ਕਿ ਇਸ ਦੇ ਵਿੱਚ ਮਾਲਕ ਦਾ ਕੀ ਦੋਸ਼, ਤੁਹਾਡੇ ਬਾਪ ਦਾਦੇ ਵੀ ਜਾਇਦਾਦ ਛੱਡ ਜਾਂਦੇ ਤਾਂ ਅੱਜ ਤੁਸੀਂ ਵੀ ਐਸ਼ ਕਰਦੇ। ਗੁਰਚਰਨ ਸਿੰਘ ਦੀ ਪਤਨੀ ਕਹਿਣ ਲੱਗੀ ਕਿ ਬਾਕੀ ਤਾਂ ਠੀਕ ਹੈ, ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੇਰੇ ਕੋਲ ਇੱਕ ਸੂਟ ਹੈ, ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਵਿੱਚ ਮੈਂ ਕੀ ਪਾਵਾਂਗੀ, ਉਹਨਾਂ ਦੇ ਵਿਆਹ 'ਚ ਇੰਨੇ ਵੱਡੇ ਵੱਡੇ ਲੋਕ ਆਉਣਗੇ। ਤੇ ਗੁਰਚਰਨ ਸਿੰਘ ਕਹਿਣ ਲੱਗਿਆ ਕਿ ਮੈਂ ਇੰਨਾ ਵੀ ਮਰਿਆ ਹੋਇਆ ਨਹੀਂ ਹਾਂ ਕਿ ਤੈਨੂੰ ਇੱਕ ਨਵਾਂ ਸੂਟ ਨਾ ਦਵਾ ਸਕਾਂ। ਮੇਰਾ ਵਸ ਚੱਲੇ ਤਾਂ ਤੈਨੂੰ ਉੱਤੋਂ ਤੋਂ ਲੈ ਕੇ ਨੀਚੇ ਤੱਕ ਗਹਿਣਿਆਂ ਦੇ ਨਾਲ ਭਰ ਦਵਾਂ। ਤੇ ਉਸ ਦੀ ਪਤਨੀ ਕਹਿਣ ਲੱਗੀ ਕਿ ਬਸ ਜੀ, ਤੁਹਾਡੀਆਂ ਮਿੱਠੀਆਂ ਗੱਲਾਂ ਤੇ ਪਿਆਰ ਭਰਾ ਸਾਥ ਮਿਲਦਾ ਰਹੇ, ਮੈਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਰਾਤ ਨੂੰ ਸੌਂਦੇ ਹੋਏ ਵੀ ਗੁਰਚਰਨ ਸਿੰਘ ਦੇ ਦਿਮਾਗ ਦੇ ਵਿੱਚ ਸੋਨੇ ਦੇ ਗਹਿਣੇ ਘੁੰਮ ਰਹੇ ਸੀ। ਗੁਰਚਰਨ ਸਿੰਘ ਆਪਣੀ ਪਤਨੀ ਨੂੰ ਕਹਿਣ ਲੱਗਿਆ ਕਿ ਮੈਨੂੰ ਨਹੀਂ ਪਤਾ ਕਿ ਆਪਣੇ ਸ਼ਹਿਰ ਦੇ ਵਿੱਚ ਵੀ ਇੰਨੇ ਵਧੀਆ ਗਹਿਣੇ ਬਣਦੇ ਨੇ, ਅਗਰ ਤੁਸੀਂ ਗਹਿਣੇ ਪਾ ਲਵੋ ਤਾਂ ਮਹਾਰਾਣੀ ਲੱਗੋਗੇ। ਗੁਰਚਰਨ ਸਿੰਘ ਦੀ ਪਤਨੀ ਕਹਿਣ ਲੱਗੀ ਕਿ ਸੁਣੋ ਜੀ, ਹੁਣ ਬਸ ਵੀ ਕਰੋ, ਗਹਿਣੇ ਵਾਲੀ ਗੱਲ ਨਾ ਹੀ ਕਰੋ ਤਾਂ ਠੀਕ ਹੈ। ਪਰ ਫਿਰ ਵੀ ਗੁਰਚਰਨ ਸਿੰਘ ਦੇ ਦਿਲ ਦੇ ਵਿੱਚ ਆ ਰਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਗਹਿਣੇ ਦਵਾਵੇ, ਪਰ ਉਹ ਇੰਨੇ ਮਹਿੰਗੇ ਗਹਿਣੇ ਦਵਾਵੇ ਕਿੱਥੋਂ। ਗੁਰਚਰਨ ਸਿੰਘ ਦੇ ਦਿਲ ਦੇ ਵਿੱਚ ਇੱਕ ਖਿਆਲ ਆਇਆ, ਉਹ ਲੰਬੜਦਾਰ ਦੇ ਘਰੋਂ ਗਹਿਣੇ ਚੋਰੀ ਕਰਕੇ ਆਪਣੇ ਘਰ ਵਾਲੇ ਨੂੰ ਦੇਵੇ ਤੇ ਉਹ ਵਿਆਹ ਤੋਂ ਪਹਿਲਾਂ ਹੀ ਲੰਬੜਦਾਰਾਂ ਦੇ ਘਰ ਦੇ ਵਿੱਚ ਗਹਿਣਿਆਂ ਦੀ ਚੋਰੀ ਕਰਕੇ ਆਪਣੇ ਘਰ ਲੈ ਆਉਂਦਾ ਹੈ। ਤੇ ਅਗਲੇ ਦਿਨ ਸਵੇਰੇ ਗੁਰਚਰਨ ਸਿੰਘ ਦੀ ਪਤਨੀ ਗੁਰਚਰਨ ਸਿੰਘ ਨੂੰ ਅੰਮ੍ਰਿਤ ਵੇਲੇ ਉਠਾਉਂਦੀ ਹੈ ਕਿ ਲੰਬੜਦਾਰ ਦੇ ਘਰ ਗਹਿਣੇ ਦੀ ਚੋਰੀ ਹੋ ਗਈ ਹੈ। ਗੁਰਚਰਨ ਸਿੰਘ ਜਲਦੀ ਦੇ ਨਾਲ ਉੱਠ ਕੇ ਲੰਬੜਦਾਰ ਦੇ ਘਰ ਜਾਂਦਾ ਹੈ ਤੇ ਆਖਦਾ ਹੈ ਕਿ ਲੰਬੜਦਾਰ ਜੀ, ਇਹ ਸਭ ਕਿਵੇਂ ਹੋ ਗਿਆ? ਪਰ ਕਹਿੰਦੇ ਨੇ ਕਿ ਕੁਝ ਪਤਾ ਹੀ ਨਹੀਂ ਚੱਲਿਆ ਇਹ ਸਭ ਕਿਵੇਂ ਹੋ ਗਿਆ। ਜਦੋਂ ਗੁਰਚਰਨ ਸਿੰਘ ਲੰਬੜਦਾਰ ਦੇ ਘਰ ਹੁੰਦੇ ਨੇ ਤਾਂ ਉਹਨਾਂ ਦੀ ਪਤਨੀ ਪਿੱਛੋਂ ਦੇਖਦੀ ਹੈ ਕਿ ਲੰਬੜਦਾਰ ਦੇ ਘਰ ਤੋਂ ਗਹਿਣੇ ਚੋਰੀ ਹੋਏ ਨੇ, ਉਹ ਉਹਨਾਂ ਦੇ ਘਰ ਕਿਵੇਂ ਆਏ। ਤੇ ਗੁਰਚਰਨ ਸਿੰਘ ਘਰ ਵਾਪਸ ਆਉਂਦਾ ਹੈ ਤਾਂ ਉਸ ਦੀ ਘਰ ਵਾਲੀ ਪੁੱਛਦੀ ਹੈ ਕਿ ਇਹ ਗਹਿਣੇ ਆਪਣੇ ਘਰ ਕਿਵੇਂ ਆਏ। ਤਾਂ ਗੁਰਚਰਨ ਸਿੰਘ ਕਹਿੰਦਾ ਹੈ ਕਿ ਇਹ ਗਹਿਣੇ ਮੈਂ ਤੇਰੇ ਲਈ ਚੋਰੀ ਲੈ ਕੇ ਆਇਆ ਹਾਂ,
ਤੇ ਉਸ ਤੋਂ ਬਾਅਦ ਰਾਤ ਹੋਈ। ਗੁਰਚਰਨ ਸਿੰਘ ਦੇ ਸੁਪਨੇ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਆਏ ਤਾਂ ਕਹਿਣ ਲੱਗੇ ਕਿ ਬੇਟਾ ਤੂੰ ਇਹ ਗਲਤ ਕਰ ਰਿਹਾ ਹੈ, ਤੇਰੇ ਲਈ ਸਹੀ ਨਹੀਂ ਹੈ ਇਹ। ਗੁਰਚਰਨ ਸਿੰਘ ਇੱਕਦਮ ਡਰ ਕੇ ਉੱਠਿਆ ਤੇ ਸੋਚਾਂ ਦੇ ਵਿੱਚ ਪੈ ਗਿਆ। ਗੁਰਚਰਨ ਸਿੰਘ ਨੂੰ ਆਪਣੇ ਕੀਤੇ ਹੋਏ ਤੇ ਪਛਤਾਵਾ ਹੋਇਆ ਤੇ ਸੋਚਣ ਲੱਗਿਆ ਕਿ ਹੁਣ ਮੈਂ ਇਹ ਗਹਿਣੇ ਕਿਵੇਂ ਵਾਪਸ ਰੱਖ ਕੇ ਆਵਾਂਗਾ। ਗੁਰਚਰਨ ਸਿੰਘ ਲੰਬੜਦਾਰ ਦੇ ਸਾਰੇ ਪਰਿਵਾਰ ਨੂੰ ਸ਼ਾਮੀ ਖਾਣੇ ਤੇ ਬੁਲਾ ਲੈਂਦਾ ਹੈ ਤੇ ਖਾਣਾ ਖਵਾਇਆ। ਗੁਰਚਰਨ ਸਿੰਘ ਕਹਿਣ ਲੱਗਿਆ ਕਿ ਲੰਬੜਦਾਰ ਜੀ ਤੁਸੀਂ ਅੱਜ ਸਾਡੇ ਘਰ ਹੀ ਰਹਿਣਾ ਹੈ। ਉਹ ਸਾਰੇ ਪਰਿਵਾਰ ਦੀ ਸਲਾਹ ਕੀਤੀ ਤੇ ਰਹਿਣ ਦੇ ਲਈ ਮੰਨ ਗਏ। ਗੁਰਚਰਨ ਸਿੰਘ ਰਾਤ ਨੂੰ ਸਾਰਾ ਸੋਨੇ ਵਾਲੇ ਗਹਿਣੇ ਚੱਕ ਕੇ ਉਹਨਾਂ ਦੇ ਵਾਪਿਸ ਘਰ ਰੱਖ ਆਉਂਦਾ ਹੈ। ਇਹ ਕੋਈ ਚਮਤਕਾਰ ਸੀ ਜਾਂ ਗੁਰਚਰਨ ਸਿੰਘ ਦੀ ਇਮਾਨਦਾਰੀ? ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ। ਸਾਡੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।